ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਬਾਣੀ ਸਿੱਖੀਏ ਦੀ 23ਵੀਂ ਕਿਸ਼ਤ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ ਸ਼ਬਦ ਜੋੜ 20 ਬਿਸਵੇ ਦੀ ਵਿਚਾਰ ਕਰਾਂਗੇ। ਪਰ ਉਸ ਤੋਂ ਪਹਿਲਾਂ ਆਓ ਥੋੜਾ ਜਿਹਾ ਗਣਿਤ ਵਿਚਾਰ ਲਈਏ। 2/3 ਨੂੰ ਅਸੀਂ ਕਹਿੰਦੇ ਹਾਂ 2/3, 3/7 ਨੂੰ ਅਸੀਂ ਕਹਿ ਦਿੰਦੇ ਹਾਂ 3/7, 1/20 ਨੂੰ ਕਹਿ ਦਿੰਦੇ ਹਾਂ 1/20, 9/20 ਨੂੰ ਕਹਿੰਦੇ ਹਾਂ 9/20, 17/20 ਨੂੰ ਕਹਿੰਦੇ ਹਾਂ 17/20। ਇਹਨਾਂ ਸੰਖਿਆਵਾਂ ਨੂੰ ਗਣਿਤ ਵਿੱਚ ਭਿੰਨ ਜਾਂ ਫ੍ਰੈਕਸ਼ਨਸ ਕਿਹਾ ਜਾਂਦਾ ਹੈ। ਇਹ ਸੰਖਿਆਵਾਂ ਪੂਰਨ ਦਾ ਹਿੱਸਾ ਦਰਸਾਉਂਦੀਆਂ ਹਨ। They represent a part of the whole। ਜਿਵੇਂ ਥੱਲੇ ਅਸੀਂ ਦੇਖੀਏ 17/20, ਇਹਦਾ ਮਤਲਬ ਹੈ ਕਿਸੇ ਵੀ ਚੀਜ਼ ਦੇ 20 ਹਿੱਸੇ ਕਰ ਦਿੱਤੇ ਜਾਣ ਤੇ ਉਹਨਾਂ 20 ਹਿੱਸਿਆਂ ਵਿੱਚੋਂ ਬਰਾਬਰ ਦੇ ਹਿੱਸਿਆਂ ਵਿੱਚੋਂ 17 ਕੱਢ ਲਏ ਜਾਣ ਤੇ ਉਹ ਬਣ ਜਾਂਦਾ 17/20 ਤੇ ਆਮ ਬੋਲੀ ਅਸੀਂ ਕਹਿੰਦੇ ਵੀ 17/20। 16 ਆਨਿਆਂ ਦਾ 1 ਰੁਪਇਆ ਹੁੰਦਾ ਹੈ। ਜਿਵੇਂ ਅੱਜ ਕੱਲ੍ਹ ਅਸੀਂ ਕਹਿੰਦੇ ਹਾਂ 1 ਰੁਪਏ ਵਿੱਚ 100 ਪੈਸੇ ਹੁੰਦੇ ਨੇ। ਸੋ ਕੁਝ ਦਹਾਕੇ ਪਹਿਲਾਂ ਰੁਪਏ ਨੂੰ ਆਨਿਆਂ 'ਚ ਵੰਡਿਆ ਜਾਂਦਾ ਸੀ ਤੇ ਇੱਕ ਆਨਾ 6 ਪੈਸੇ ਦਾ ਹੁੰਦਾ ਸੀ ਤੇ 16 6 96। ਸੋ ਉਹਦੇ ਲਾਗੇ ਛਾਗੇ ਮਤਲਬ ਕਿ ਕਰਕੇ ਹੈ ਮੋਟੇ ਤੌਰ ਤੇ 16 ਆਨਿਆਂ ਦਾ 1 ਰੁਪਇਆ ਮੰਨਿਆ ਜਾਂਦਾ ਸੀ। ਅਰਥਾਤ ਇੱਕ ਆਨਾ ਬਰਾਬਰ ਕਿੰਨਾ ਹੋ ਗਿਆ 1/16 ਰੁਪਏ ਅਤੇ 16 ਆਨੇ ਹੋ ਗਏ 16 ਗੁਣਾ 1/16 ਬਰਾਬਰ 1 ਰੁਪਇਆ। ਇੱਧਰੋਂ ਦੀ ਇੱਕ ਮੁਹਾਵਰਾ ਆਮ ਵਰਤਿਆ ਜਾਂਦਾ ਹੈ ਜਿਵੇਂ 16 ਆਨੇ। 16 ਆਨੇ ਦਾ ਮਤਲਬ ਹੁੰਦਾ ਹੈ ਪੂਰਨ ਤੌਰ ਤੇ। ਜੇ 16 ਆਨੇ ਸਹੀ ਦਾ ਮਤਲਬ ਹੋ ਗਿਆ ਪੂਰਨ ਤੌਰ ਤੇ ਜਾਂ ਮੁਕੰਮਲ ਤੌਰ ਤੇ ਸਹੀ। 16 ਆਨੇ ਸੱਚ ਦਾ ਮਤਲਬ ਹੋ ਗਿਆ ਪੂਰਨ ਤੌਰ ਤੇ ਜਾਂ ਮੁਕੰਮਲ ਤੌਰ ਤੇ ਸੱਚ। ਇਸੇ ਤਰ੍ਹਾਂ ਅੱਜ ਅਸੀਂ ਵਰਤਦੇ ਹਾਂ ਫੀਸਦੀ ਜਾਂ ਅਸੀਂ ਕਹਿੰਦੇ ਪਰਸੈਂਟ। ਜਿਹੜਾ ਪਰਸੈਂਟ ਦਾ ਨਿਸ਼ਾਨ ਹੁੰਦਾ ਹੈ ਇਹਦਾ ਗਣਿਤ ਵਿੱਚ ਅਸਲ 'ਚ ਮਤਲਬ ਕੀ ਹੈ? ਇਹਦਾ ਮਤਲਬ ਹੈ 1/100। ਸੋ 1% ਦਾ ਮਤਲਬ ਹੋ ਗਿਆ 1% ਦਾ ਮਤਲਬ ਹੋ ਗਿਆ 1 ਗੁਣਾ 1/100 ਅਤੇ 100% ਜਾਂ 100% ਦਾ ਮਤਲਬ ਹੋ ਗਿਆ 100 ਗੁਣਾ 1/100 ਬਰਾਬਰ 1। ਅਰਥਾਤ ਅਗੇਨ ਜੋ ਪਾਰਟ ਸੀ ਉਹ ਪੂਰਾ ਹੋਲ ਹੋ ਗਿਆ। ਸੋ ਅਸੀਂ ਕਹਿੰਦੇ ਹਾਂ 100% ਸਹੀ, 100% ਪਿਓਰ, 100% ਟਰੁੱਥ। ਸੋ ਜਿਹੜੇ ਅਸੀਂ ਕਹਿੰਦੇ 100% ਸਹੀ ਇਹਦਾ ਮਤਲਬ ਹੋ ਗਿਆ ਪੂਰਨ ਤੌਰ ਤੇ ਜਾਂ ਮੁਕੰਮਲ ਤੌਰ ਤੇ ਸਹੀ। ਜਦੋਂ ਅਸੀਂ ਕਹਿੰਦੇ 100% ਸੱਚ ਤੇ ਇਹਦਾ ਮਤਲਬ ਪੂਰਨ ਤੌਰ ਤੇ ਜਾਂ ਮੁਕੰਮਲ ਤੌਰ ਤੇ ਸੱਚ। ਆਓ ਥੋੜਾ ਹੁਣ ਮਿਣਤੀ ਬਾਰੇ ਜਾਣੀਏ। ਇਹ ਜਿਹੜੀ ਜ਼ਮੀਨ ਦੇ ਜਿਹੜੇ ਇਕਾਈਆਂ ਨੇ, ਪਲਾਟ ਹੋ ਗਏ, ਖੇਤ ਹੋ ਗਏ, ਉਹਨਾਂ ਦੀ ਵੰਡ ਕਿਵੇਂ ਕੀਤੀ ਜਾਂਦੀ ਹੈ। 20 ਮਾਲੇ 1 ਕਨਾਲ ਦੇ ਬਰਾਬਰ ਹੁੰਦੇ ਹਨ। 4 ਕਨਾਲਾਂ 1 ਵਿਗੇ ਦੇ ਬਰਾਬਰ ਹੁੰਦੀਆਂ ਹਨ ਅਤੇ 2 ਵਿਗੇ 1 ਘਮਾਉਂ ਦੇ ਬਰਾਬਰ ਹੁੰਦੇ ਹਨ। ਇਹ ਜਾਣਕਾਰੀ ਦਾਸ ਨੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਜੀ ਦਾ ਜੋ ਰਚਿਆ ਹੋਇਆ ਸ਼ਾਹਕਾਰ ਮਹਾਨ ਕੋਸ਼ ਹੈ ਉਹਦੇ ਵਿੱਚੋਂ ਲਈ ਹੈ। ਹੁਣ ਜਿਹੜਾ ਇੱਕ ਬਿਸਵਾ ਹੈ, ਇੱਕ ਬਿਸਵਾ ਦਾ ਮਤਲਬ ਹੈ 20ਵਾਂ ਅਰਥਾਤ 20ਵਾਂ ਹਿੱਸਾ। ਵਿਗੇ ਦਾ 20ਵਾਂ ਹਿੱਸੇ ਨੂੰ ਇੱਕ ਬਿਸਵਾ ਕਿਹਾ ਜਾਂਦਾ ਹੈ। ਅਰਥਾਤ ਇੱਕ ਬਿਸਵਾ ਬਰਾਬਰ ਹੋ ਗਿਆ 1 ਗੁਣਾ 1/20 ਵਿਗਾ ਅਤੇ 20 ਬਿਸਵੇ ਕਿਹਦੇ ਬਰਾਬਰ ਹੋ ਗਏ 20 ਗੁਣਾ 1/20 ਵਿਗਾ ਅਰਥਾਤ 1 ਵਿਗਾ। ਜਾਂ ਅਸੀਂ ਕਹਿ ਲਈਏ ਕਿ 1 ਵਿਗਾ ਬਰਾਬਰ 20 ਬਿਸਵੇ ਜਾਂ 20 ਬਿਸਵੇ ਜਾਂ 20 ਬਿਸਵੇ। ਅਲੱਗ-ਅਲੱਗ ਇਲਾਕਿਆਂ ਦੀ ਬੋਲੀ ਦੇ ਹਿਸਾਬ ਨਾਲ ਕੋਈ ਬੱਬਾ ਬੋਲਦਾ ਹੈ, ਕੋਈ ਵਾਵਾ ਬੋਲਦਾ ਹੈ ਤੇ ਕੋਈ ਵਾਵੇ ਦੀ ਥਾਂ ਈੜੀ ਨੂੰ ਲਾਂ ਲਾ ਕੇ ਬੋਲ ਦਿੰਦਾ, ਜਿੱਦਾਂ ਬਿਸਵੇ, ਵਿਸਵੇ ਜਾਂ ਬਿਸਵੇ, ਪਰ ਇਹਨਾਂ ਦਾ ਮਤਲਬ ਇੱਕੋ ਹੀ ਹੈ। ਅਤੇ 20 ਬਿਸਵੇ ਸਹੀ ਦਾ ਮਤਲਬ ਕੀ ਹੋ ਗਿਆ ਪੂਰਨ ਤੌਰ ਤੇ ਜਾਂ ਮੁਕੰਮਲ ਤੌਰ ਤੇ ਸਹੀ। 20 ਬਿਸਵੇ ਸੱਚ ਦਾ ਮਤਲਬ ਹੋ ਗਿਆ ਪੂਰਨ ਤੌਰ ਤੇ ਜਾਂ ਮੁਕੰਮਲ ਤੌਰ ਤੇ ਸੱਚ। ਤੇ ਆਓ ਅਸੀਂ ਹੁਣ ਆਪਣੇ ਮੁੱਖ ਵਿਸ਼ੇ ਵੱਲ ਆਈਏ। 20 ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ, ਅਨੇਕ ਬਾਰ ਗੁਰ ਕੋ ਬਲ ਜਾਉ। ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗਰਾਤਾ। ਬ੍ਰਹਮੈ ਜਨ, ਜਨ ਮੈਂ ਪਾਰ ਬ੍ਰਹਮ, ਏਕੇ ਆਪ ਨਹੀਂ ਕਛ ਪਰਮ। ਇਹ ਪਦਾ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਦੀ ਰਚਿਤ ਸ਼ਾਹਕਾਰ ਬਾਣੀ ਸੁਖਮਨੀ ਸਾਹਿਬ ਵਿੱਚੋਂ ਲਿਆ ਗਿਆ ਹੈ। ਸੋ 20 ਬਿਸਵੇ ਦਾ ਮਤਲਬ ਅਸੀਂ ਸਮਝ ਲਿਆ, ਇਹਦਾ ਮਤਲਬ 100%। ਠੀਕ ਹੈ ਜੀ। ਗਤ ਦਾ ਮਤਲਬ ਹੈ ਅਵਸਥਾ, ਨਿਧਾਨ ਦਾ ਮਤਲਬ ਹੈ ਖਜ਼ਾਨਾ ਤੇ ਜੀ ਦਾ ਮਤਲਬ ਹੈ ਜੀਵਨ ਅਰਥਾਤ ਆਤਮਿਕ ਜੀਵਨ। 8 ਪਹਿਰ ਦਾ ਮਤਲਬ ਹੈ 24 ਘੰਟੇ
ਤੇ ਹੁਣ ਗੁਰੂ ਸਾਹਿਬ ਕਹਿੰਦੇ ਨੇ 20 ਬਿਸਵੇ ਗੁਰ ਕਾ ਮਨ ਮਾਨੈ। ਜਿਸ ਸੇਵਕ ਦਾ ਮਨ ਗੁਰੂ ਉੱਤੇ, ਗੁਰੂ ਨੂੰ ਆਪਣੀ ਸ਼ਰਧਾ ਦਾ ਯਕੀਨ ਜਿਹੜਾ ਸੇਵਕ 100% ਦਿਵਾ ਦਿੰਦਾ ਹੈ, ਅਰਥਾਤ ਜਿਹੜਾ ਸੇਵਕ ਗੁਰੂ ਦੀ ਗੱਲ ਨੂੰ, ਗੁਰੂ ਦੇ ਮਨ ਨੂੰ 100% 100% ਮੰਨ ਲੈਂਦਾ ਹੈ। ਐ ਨਹੀਂ ਕਿ ਚੁਣਵੀਆਂ ਗੱਲਾਂ ਗੁਰੂ ਦੀਆਂ ਮੰਨ ਲਈਆਂ ਤੇ ਬਾਕੀ ਛੱਡ ਦਿੱਤੀਆਂ। ਜਿਹੜੀਆਂ ਗੱਲਾਂ ਦੇ ਨਾਲ ਪਹਿਲਾਂ ਮੈਂ ਆਪ ਸਹਿਮਤ ਹੈਗਾ, ਉਹੀ ਗੱਲਾਂ ਦੇ ਨਾਲ ਮੈਂ ਕਿਹਾ ਵੀ ਗੁਰੂ ਨੇ ਇੱਦਾਂ ਕਿਹਾ, ਮੈਂ ਇਸ ਗੁਰੂ ਦੀ ਇਸ ਗੱਲ ਤੋਂ ਸਹਿਮਤ ਹੈਗਾ। ਤੇ ਜਿਹੜੀ ਗੱਲ ਮੈਨੂੰ ਠੀਕ ਨਹੀਂ ਲੱਗਦੀ, ਮੇਰੇ ਹਾਲਾਤਾਂ ਦੇ ਮੁਤਾਬਿਕ ਜਾਂ ਮੇਰੇ ਸਵਾਰਥ ਦੇ ਮੁਤਾਬਕ ਮੈਨੂੰ ਨਹੀਂ ਸਹੀ ਲੱਗ ਦਿੱਤੀ, ਉਹ ਮੈਂ ਛੱਡ ਦਿੱਤੀ। ਸੋ ਉਹਨੂੰ ਅਸੀਂ 20 ਬਿਸਵੇ ਨਹੀਂ ਕਹਿ ਸਕਦੇ। 20 ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਉਹ ਸੇਵਕ ਜਿਹੜਾ ਹੈ ਉਹ ਫਿਰ ਪਰਮੇਸ਼ਵਰ ਦੇ ਅਸਲ ਰੂਪ ਨੂੰ, ਉਹਦੀ ਅਵਸਥਾ ਨੂੰ, ਪਰਮੇਸ਼ਵਰ ਦੇ ਦਰਸ਼ਨ ਨੂੰ ਪ੍ਰਾਪਤ ਕਰ ਲੈਂਦਾ ਹੈ। ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ। ਸਤਿਗੁਰੂ ਵੀ ਉਹੀ ਹੈ ਜਿਹਦੇ ਹਿਰਦੇ ਵਿੱਚ 100% ਕੇਵਲ ਤੇ ਕੇਵਲ ਪਰਮਾਤਮਾ ਦਾ ਨਾਂ ਟਿਕਿਆ ਹੋਇਆ ਹੈ। ਅਨੇਕ ਵਾਰ ਗੁਰ ਕੋ ਬਲ ਜਾਉ। ਇਸੇ ਕਰਕੇ ਮੈਂ ਅਨੇਕਾਂ ਵਾਰ ਆਪਣੇ ਗੁਰੂ ਤੋਂ ਬਲਹਾਰ ਜਾਂਦਾ। ਸਰਵ ਨਿਧਾਨ ਜੀ ਕਾ ਦਾਤਾ। ਸਰਵ ਨਿਧਾਨ ਸਾਰੇ ਖਜ਼ਾਨੇ, ਜੀ ਮੈਨੇ ਆਤਮਿਕ ਜੀਵਨ। ਗੁਰੂ ਜੋ ਹੈ ਉਹ ਸਾਰੇ ਖਜ਼ਾਨਿਆਂ ਦਾ ਅਤੇ ਆਤਮਿਕ ਜੀਵਨ ਦਾ ਸਾਰੇ ਜੀਵਾਂ ਵਾਸਤੇ ਦਾਤਾ ਹੈ। ਕਿਉਂ? 8 ਪਹਿਰ ਪਾਰ ਬ੍ਰਹਮ ਰੰਗ ਦਾਤਾ। ਕਿਉਂਕਿ ਗੁਰੂ ਜਿਹੜਾ ਹੈ 8 ਪਹਿਰ 24 ਘੰਟੇ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਬ੍ਰਹਮੈ ਜਨ, ਜਨਮੈ ਪਾਰ ਬ੍ਰਹਮ। ਜੋ ਗੁਰੂ ਹੈ ਉਹ ਬ੍ਰਹਮ ਦਾ ਜਨ ਹੈ, ਤੇ ਜਨ ਵਿੱਚ ਹੀ ਬ੍ਰਹਮ ਹੈ, ਤੇ ਬ੍ਰਹਮ ਦੇ ਵਿੱਚ ਹੀ ਜਨ ਹੈ। ਅਰਥਾਤ ਗੁਰੂ ਤੇ ਪਰਮਾਤਮਾ ਦੋਨੋਂ ਇੱਕ ਰੂਪ ਹਨ। ਇਹਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਭੁਲੇਖਾ ਜਾਂ ਭਰਮ ਨਹੀਂ ਹੋਣਾ ਚਾਹੀਦਾ। ਕਰ ਕਿਰਪਾ ਰਾਖਿਓ ਗੁਰ ਸਰਣਾ, ਗੁਰ ਪਕਰਾਏ ਹਰ ਕੇ ਚਰਣਾ। ਗੁਰੂ ਨੇ ਆਪ ਹੀ ਕਿਰਪਾ ਕਰਕੇ ਮੈਨੂੰ ਆਪਣੀ ਸ਼ਰਨ ਵਿੱਚ ਰੱਖਿਆ ਹੋਇਆ ਹੈ, ਤੇ ਗੁਰੂ ਨੇ ਮੈਨੂੰ ਹਰੀ ਦੇ ਚਰਨ ਪਕੜਾ ਦਿੱਤੇ ਹਨ। ਗੁਰੂ ਨੇ ਮੈਨੂੰ ਅਕਾਲ ਪੁਰਖ ਦਾ ਆਸਰਾ ਫੜਾ ਦਿੱਤਾ ਹੈ। 20 ਵਿਸਵੇ ਜਾਂ ਮਨ ਠਹਿਰਾਨੈ, ਗੁਰ ਪਾਰਬ੍ਰਹਮ ਏਕੈ ਹੀ ਜਾਣੈ। ਹੁਣ ਜਦੋਂ 20 ਵਿਸਵੇ 100% ਮੇਰਾ ਮਨ ਟਿਕ ਗਿਆ ਹੈ, ਠਹਿਰ ਗਿਆ ਹੈ, ਮੇਰੇ ਮਨ ਦੀ ਭਟਕਣਾ ਬਿਲਕੁਲ ਖਤਮ ਹੋ ਗਈ ਹੈ, ਤੇ ਹੁਣ ਗੁਰ ਪਾਰਬ੍ਰਹਮ ਏਕੈ ਹੀ ਜਾਣੈ। ਹੁਣ ਮੈਨੂੰ ਗੁਰੂ ਵਿੱਚ ਤੇ ਪਾਰਬ੍ਰਹਮ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਜੋ ਜੋ ਕੀਨੋ ਹਮ ਤਿਸਕੇ ਦਾਸ। ਜਿਹੜਾ ਜੀਵ ਵੀ ਪਰਮਾਤਮਾ ਨੇ ਕੀਨੋ ਅਰਥਾਤ ਬਣਾਇਆ ਹੈ, ਕੀਤਾ ਹੈ, ਮੈਂ ਹੁਣ ਉਸ ਪ੍ਰਾਣੀ ਦਾ ਦਾਸ ਬਣ ਗਿਆ ਹਾਂ। ਅਰਥਾਤ ਮੈਂ ਸਾਰੀ ਖਲਕਤ ਦਾ ਦਾਸ ਬਣ ਗਿਆ ਹਾਂ। ਜਿਵੇਂ ਗੁਰਬਾਣੀ ਚਾਹੁੰਦਾ ਹੈ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਸੋ ਕਹਿੰਦੇ ਪ੍ਰਭ ਮੇਰੇ ਕੋ ਸਗਲ ਨਿਵਾਸ। ਮੈਨੂੰ ਹੁਣ ਇਹ ਗੱਲ ਸਮਝ ਆ ਗਈ ਹੈ ਕਿ ਮੇਰੇ ਪਰਮਾਤਮਾ ਦਾ ਨਿਵਾਸ ਹਰ ਇੱਕ ਪ੍ਰਾਣੀ ਵਿੱਚ ਹੈ। ਗੋਰੇ ਵਿੱਚ ਵੀ, ਕਾਲੇ ਵਿੱਚ ਵੀ, ਗਰੀਬ ਵਿੱਚ ਵੀ, ਸ਼ੂਦਰ ਵਿੱਚ ਵੀ, ਬ੍ਰਾਹਮਣ ਵਿੱਚ ਵੀ, ਪਾਕਿਸਤਾਨੀ ਵਿੱਚ ਵੀ, ਭਾਰਤੀ ਵਿੱਚ ਵੀ, ਚੀਨੀ ਵਿੱਚ ਵੀ, ਰੂਸੀ ਵਿੱਚ ਵੀ ਤੇ ਅਮਰੀਕਨ ਵਿੱਚ ਵੀ, ਸਾਰੇ ਪ੍ਰਾਣੀਆਂ ਵਿੱਚ ਮੇਰੇ ਵਾਹਿਗੁਰੂ ਦਾ ਨਿਵਾਸ ਹੈ। ਨਾ ਕੋ ਦੂਤ ਨਹੀਂ ਬਹਿਰਾਈ। ਹੁਣ ਮੈਨੂੰ ਕੋਈ ਆਪਣਾ ਦੁਸ਼ਮਣ ਨਜ਼ਰ ਨਹੀਂ ਆਉਂਦਾ, ਨਾ ਹੀ ਮੈਨੂੰ ਕੋਈ ਆਪਣਾ ਵੈਰੀ ਨਜ਼ਰ ਆਉਂਦਾ ਹੈ। ਗਲ ਮਿਲ ਚਾਲੇ ਏਕੈ ਭਾਈ। ਮੈਂ ਸਾਰੇ ਜੀਵਾਂ ਦੇ ਨਾਲ ਗਲੇ ਵਿੱਚ ਮਿਲ ਕੇ ਨਾਲ ਵਿਚਰਦਾ ਹਾਂ, ਨਾਲ ਤੁਰਦਾ ਹਾਂ, ਜ਼ਿੰਦਗੀ ਬਸ਼ਰ ਕਰਦਾ ਹਾਂ। ਇਸੇ ਤਰ੍ਹਾਂ ਜਿਵੇਂ ਅਸੀਂ ਇੱਕੋ ਹੀ ਪਿਤਾ ਦੇ ਸੰਤਾਨ ਹੋਈਏ, ਇੱਕੋ ਹੀ ਪਿਤਾ ਦੇ ਮਾਤਾ ਪਿਤਾ ਦੇ ਭੈਣ ਭਰਾ ਹੋਈਏ। ਜਾਂ ਕਾ ਕੀਆ ਸਭ ਕੁਛ ਹੋਏ, ਤਿਸਕਾ ਅਮਰ ਨ ਮਿਟੈ ਕੋਏ। ਅਮਰ ਦਾ ਅਰਥ ਇੱਥੇ ਹੈ ਹੁਕਮ। ਜਾਂ ਕਾ ਕੀਆ ਸਭ ਕੁਛ ਹੋਏ। ਹੇ ਭਾਈ, ਅਕਾਲ ਪੁਰਖ ਦਾ ਕੀਤਾ ਹੀ ਸਭ ਕੁਝ ਇਸ ਜਗਤ ਵਿੱਚ ਵਰਤ ਰਿਹਾ ਹੈ। ਤਿਸਕਾ ਅਮਰ ਨ ਮਿਟੈ ਕੋਏ। ਉਸ ਵਾਹਿਗੁਰੂ ਦਾ ਹੁਕਮ ਕੋਈ ਵੀ ਜੀਵ ਮੋੜ ਨਹੀਂ ਸਕਦਾ। ਪਾਰ ਬ੍ਰਹਮ ਪਰਮੇਸ਼ਰ ਅਨੂਪ, ਸਫਲ ਮੂਰਤ ਗੁਰ ਤਿਸਕਾ ਰੂਪ। ਉਹ ਵਾਹਿਗੁਰੂ ਪਾਰ ਬ੍ਰਹਮ ਹੈ, ਪਰੇ ਤੋਂ ਪਰੇ ਬ੍ਰਹਮ ਹੈ, ਪਰਮੇਸ਼ਵਰ ਹੈ, ਪਰਮ ਈਸ਼ਵਰ ਅਰਥਾਤ ਸਭ ਤੋਂ ਵੱਡਾ ਮਾਲਿਕ ਹੈ। ਅਨੂਪ ਅਰਥਾਤ ਉਹ ਅਨੁਪਮ ਹੈ, ਉਹਦੀ ਉਪਮਾ ਕਿਸੇ ਹੋਰ ਸ਼ੈ ਨਾਲ ਦਿੱਤੀ ਨਹੀਂ ਜਾ ਸਕਦੀ। ਵਾਹਿਗੁਰੂ ਆਪਣੇ ਆਪ 'ਚ ਵਿਲੱਖਣ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਸਫਲ ਮੂਰਤ, ਉਸ ਵਾਹਿਗੁਰੂ ਦਾ ਦੀਦਾਰ ਸਫਲਤਾ ਬਖਸ਼ਣ ਵਾਲਾ ਹੈ, ਅਰਥਾਤ ਸਾਰੇ ਮਨੋਰਥ ਪੂਰੇ ਕਰਨ ਵਾਲਾ ਹੈ। ਤੇ ਜੋ ਗੁਰੂ ਹੈ, ਉਹ ਗੁਰੂ ਇਹੋ ਜਿਹੇ ਪਾਰ ਬ੍ਰਹਮ ਦਾ, ਪਰਮੇਸ਼ਵਰ ਦਾ ਹੀ ਰੂਪ ਹੈ। ਜਾਂ ਕੈ ਅੰਤਰ ਬਸੈ ਹਰਿ ਨਾਮ, ਜੋ ਜੋ ਭੇਖੈ ਸੋ ਬ੍ਰਹਮ ਗਿਆਨ। ਜਿਸ ਦੇ ਅੰਦਰ, ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਉਹ ਫਿਰ ਜੋ ਕੁਝ ਵੀ ਦੇਖਦਾ ਹੈ ਜਗਤ ਵਿੱਚ, ਜਿਹੜਾ ਵੀ ਰੰਗ ਰੂਪ ਰੇਖ ਪਦਾਰਥ ਦੇਖਦਾ ਹੈ, ਉਹ ਉਹਨੂੰ ਪਰਮਾਤਮਾ ਦੀ ਕਿਰਤ ਕਰਕੇ ਹੀ ਜਾਣਦਾ ਹੈ। ਉਹ ਸਾਰੇ ਪਦਾਰਥ ਉਹਨੂੰ ਪਰਮਾਤਮਾ ਦਾ ਗਿਆਨ ਬਖਸ਼ਦੇ ਹਨ, ਪਰਮਾਤਮਾ ਦੇ ਨਾਲ ਪਰਮਾਤਮਾ ਦੀ ਯਾਦ ਦਿਵਾਉਂਦੇ ਹਨ। 20 ਵਿਸਵੇ ਜਾਂ ਕੈ ਮਨ ਪ੍ਰਗਾਸ, ਤਿਸ ਜਨ ਕੇ ਪਾਰ ਬ੍ਰਹਮ ਕਾ ਨਿਵਾਸ।
ਗੁਰੂ ਦੀ ਕਿਰਪਾ ਸਦਕਾ ਜਿਸ ਮਨੁੱਖ ਦੇ ਮਨ ਵਿੱਚ 20 ਵਿਸਵੇ 100% ਮਨ ਵਿੱਚ ਆਤਮਿਕ ਜੀਵਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਚਾਨਣਾ ਹੋ ਜਾਂਦਾ ਹੈ, ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ। ਉਸ ਜਨ ਦੇ, ਉਸ ਸੇਵਕ ਦੇ ਹਿਰਦੇ ਵਿੱਚ ਫਿਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ। ਸੋ ਪਿਆਰੇ ਦਰਸ਼ਕੋ, ਇਹ ਸੀ ਸੰਖੇਪ ਜੀ ਵਿਚਾਰ 20 ਵਿਸਵੇ ਦੀ। ਆਸ ਕਰਦੇ ਹਾਂ ਆਪ ਜੀ ਨੇ ਇਸ ਵੀਡੀਓ ਤੋਂ ਕੁਛ ਨਾ ਕੁਛ ਗਿਆਨ ਦੀ ਗੱਲ ਜ਼ਰੂਰ ਹਾਸਲ ਕੀਤੀ ਹੋਵੇਗੀ। ਆਪ ਜੀ ਆਪਣੇ ਕੀਮਤੀ ਵਿਚਾਰ ਕਮੈਂਟ ਸੈਕਸ਼ਨ ਵਿੱਚ ਲਿਖ ਕੇ ਜ਼ਰੂਰ ਦੱਸਣਾ ਜੀ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।